ਤਾਂ ਜੋ ਤੁਹਾਡਾ ਜਦੋਂ ਕਿਸੇ ਦਾ ਵੀ ਇਸ ਤੰਤਰ ਡਿਸਆਰਡਰ ਚ ਜਾਵੇ ਤਾਂ ਸਾਨੂੰ ਸਮਝ ਆ ਸਕੇ ਕਿ ਹੁਣ ਮੈਂ ਡਾਇਗਨੋਸ ਨੂੰ ਕਿਸ ਤਰੀਕੇ ਨਾਲ ਬੇਸਿਕ ਲੈਵਲ ਤੇ ਕਰ ਸਕਦਾ। ਇਹਨਾਂ ਦੀਆਂ ਗਿਣਤੀ ਜਿਹੜੀ ਹੈਗੀ ਹੈ 500 ਲਾਲ 500 ਰੈੱਡ ਬਲੱਡ ਸੈੱਲ ਦੇ ਪਿੱਛੇ ਇੱਕ ਵਾਈਟ ਬਲੱਡ ਸੈੱਲ ਹੁੰਦਾ ਹੈ। ਲਹੂ ਸੰਚਾਰ ਪ੍ਰਣਾਲੀ ਦੇ ਕੰਮ, ਹਿਰਦੇ ਦੇ ਕੰਮ, ਲਹੂ ਦੇ ਪ੍ਰਵਾਹ ਨੂੰ ਚਲਾਈ ਰੱਖਣ ਲਈ ਹਿਰਦੇ ਦਾ ਕੰਮ ਸ਼ੁਰੂ ਹੁੰਦਾ ਹੈ। ਇਹ ਇੱਕ ਖੋਖਲੀ ਮਾਸਪੇਸ਼ੀ ਹੈ। ਇਹ ਬਲੱਡ ਹਾਰਟ ਬਾਰੇ ਦੱਸ ਰਿਹਾ, ਹਿਰਦੇ ਦਿਲ ਦੇ ਬਾਰੇ ਦੱਸ ਰਿਹਾ। ਇਹ ਖੋਖਲੀ ਮਾਸਪੇਸ਼ੀ ਹੈ ਜੋ ਹੱਥ ਦੀ ਦੇ ਬਰਾਬਰ ਹੈ। ਸਾਡਾ ਜਿਹੜਾ ਹਾਰਟ ਹੈ ਉਹ ਉਹਦੀ ਸ਼ੇਪ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਹੁੰਦਾ ਹੈ ਉਹ ਹਾਰਟ ਦੇ ਰਾਈਟ ਬਲੱਡ ਜਿਹੜਾ ਰਾਈਟ ਆਰਿਕਲ ਤੇ ਵੈਂਟ੍ਰਿਕਲ ਦੇ ਹਿੱਸੇ ਦੂਸ਼ਿਤ ਬਲੱਡ ਹੈ जिस कार्बन डाइऑक्साइड की मात्रा होती है क्योंकि वो सेल को आया गल समझ आ गई क्योंकि सेल तो कार्बन कट के ब्लड ने ही फेफड़े ਨੂੰ ਦੇਣਾ ਹੈ ਤੇ ਉਸ ਤੋਂ ਬਾਅਦ ਸਾਡੇ ਆਕਸੀਜਨ ਨੇ ਸ਼ੁੱਧ ਆਕਸੀਜਨ ਨੇ ਚੰਗੇ ਬਲੱਡ ਚ ਕਨਵਰਟ ਕਰਨਾ। ਇਹ ਇਸ ਤਰ੍ਹਾਂ ਆਂਸਰ ਦੂਸ਼ਿਤ ਦਾ ਮਤਲਬ ਜਿਹਨੇ ਸੈਲ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਕੱਢ ਕੇ ਲੈ ਜਾਂਦੀ ਹੈ ਹੁਣ ਉਹਨੂੰ ਬਾਹਰ ਕੱਢਣਾ ਤੇ ਇਹ ਰਾਈਟ ਆਰਿਕਲਸ ਤੇ ਵੈਂਟ੍ਰਿਕਲਸ ਸਪਲਾਈ ਦਿੰਦਾ ਫਿਰ ਅੱਗੇ ਬਲੱਡ ਨੂੰ ਲੈ ਜਾਂਦਾ ਫੇਫੜਿਆਂ ਦੇ ਕੋਲ ਕਿਹਦੇ ਕੋਲ ਲੈ ਜਾਂਦਾ ਹੈ हाथों में हिलाओ समझ आएगा किसी को ले जाता है फेफड़े में कौन चला गया ये फिर सेल जो कार्बन कटेगा ये दूषित हो गया फिर किसी को लाएगा राइट को ये किनु जाएगा फेफड़े और फेफड़े तो साफ हो गए फिर किसी को लाएगा लेफ्ट को लेफ्ट फिर किसी को जाएगा सेल को एक ही हो गया हम जो सेल को चला जाता है ब्लड साफ ब्लड फिर क्यों होता है दूषित क्योंकि सेल तो कार्बन कटे हो गया फिर किसी को ला गया और एक इस प्रोसेस के अंदर ਤੁਹਾਡੀ ਬੋਡੀ ਐਵਰੇਜ 18 ਤੋਂ 20 ਵਾਰੀ ਸਾਹ ਲੈ ਰਹੀ ਹੈ 18 ਤੋਂ 20 ਵਾਰੀ ਸਾਹ ਲੈ ਰਹੀ ਕਿੰਨੇ ਮਿੰਟ 'ਚ 1 ਮਿੰਟ ਛੋਟਾ ਸਾਹ ਚੱਲ ਰਿਹਾ ਹੈ ਔਰ ਜਦੋਂ ਅਸੀਂ ਵੱਡਾ ਸਾਹ ਲੈਂਦੇ ਹਾਂ ਕਿਉਂਕਿ ਐਕਸਰਸਾਈਜ਼ ਕੀਤਾ ਉਦੋਂ ਫਿਰ ਪੂਰੇ ਪੱਟੇ ਕੰਮ ਕਰਦੇ ਆ। ਸਫੇਦ ਲਹੂ ਕਣ ਇਹ ਮੈਂ ਤੁਹਾਨੂੰ ਲਹੂ ਸੰਚਾਰ ਪ੍ਰਣਾਲੀ ਦੇ ਕੰਮ ਦੱਸ ਰਿਹਾ ਤਾਂ ਜੋ ਤੁਹਾਡਾ ਜਦੋਂ ਕਿਸੇ ਦਾ ਵੀ ਇਸ ਤੰਤਰ ਡਿਸਆਰਡਰ ਚ ਜਾਵੇ ਤਾਂ ਸਾਨੂੰ ਸਮਝ ਆ ਸਕੇ ਕਿ ਹੁਣ ਮੈਂ ਡਾਇਗਨੋਸ ਨੂੰ ਕਿਸ ਤਰੀਕੇ ਨਾਲ ਬੇਸਿਕ ਲੈਵਲ ਤੇ ਕਰ ਸਕਦਾ। ਇਹਨਾਂ ਦੀਆਂ ਗਿਣਤੀ ਜਿਹੜੀ ਹੈਗੀ ਹੈ 500 ਲਾਲ 500 ਰੈੱਡ ਬਲੱਡ ਸੈੱਲ ਦੇ ਪਿੱਛੇ ਇੱਕ ਵਾਈਟ ਬਲੱਡ ਸੈੱਲ ਹੁੰਦਾ ਹੈ। ਠੀਕ ਹੈ 500 ਰੈੱਡ ਬਲੱਡ ਸੈੱਲ ਪਿੱਛੇ ਇੱਕ ਵਾਈਟ ਬਲੱਡ ਸੈੱਲ ਹੁੰਦਾ ਹੈ। ਇਹਨਾਂ ਦਾ ਕੰਮ ਸੁਰੱਖਿਆ ਦੇਣਾ ਹੈ। ਵਾਈਟ ਬਲੱਡ ਸੈੱਲ ਕਾਹਦੇ ਕੰਮ ਆਉਂਦੇ ਆ ਇਮਿਊਨਿਟੀ ਨੂੰ ਬੂਸਟ ਕਰਨਾ। ਅੱਛਾ ਬਣਦੇ ਕਿੱਥੇ ਹੈ बढ़ते कितने वाइट ब्लड थाइमस ग्लैंड है जिन्हों टी सेल बोलते टी सेल प्रोड्यूस वो भी है वाइट ब्लड सेल थाइमस ग्लैंड टी सेल तैयार करते टी सेल ही वाइट ब्लड सेल कन्वर्ट होता है। और ਇਹਨਾਂ ਦਾ ਕੰਮ ਸੁਰੱਖਿਆ ਦੇਣਾ ਹੈ। ਜਦੋਂ ਵੀ ਕਿਸੇ ਪ੍ਰਕਾਰ ਦੀ ਸੱਟ ਜਾਂ ਕੀੜੇ ਦਾ ਕੱਟਣਾ ਜ਼ਹਿਰੀਲੇ ਕੋਈ ਵਸਤੂ ਅੰਦਰ ਚਲੀ ਗਈ ਤਾਂ ਸਫੇਦ ਕਣ ਹੀ ਉੱਥੇ ਪਹੁੰਚ ਕੇ ਉਹਦੇ ਨਾਲ ਲੜਨ ਦੀ ਤਾਕਤ ਸਾਨੂੰ ਦਿੰਦੇ। ਤੁਸੀਂ ਦੇਖਿਆ ਹੋਊਗਾ ਜਿਨ੍ਹਾਂ ਦੀ ਬਾਡੀ 'ਚ ਕੈਂਸਰ ਵੱਧ ਜਾਂਦਾ ਹੈ ਉਹਨਾਂ ਦੇ ਵਾਈਟ ਬਲੱਡ ਸੈੱਲ ਵੱਧ ਜਾਂਦੇ ਨੋਟ ਕੀਤਾ ਤੁਸੀਂ ਇਹ ਤੁਸੀਂ ਨੋਟ ਕਰੋ ਨਾ ਵਾਈਟ ਬਲੱਡ ਰੀਜ਼ਨ ਕਿ ਬਾਡੀ बार-बार वाइट ब्लड सेल ਨੂੰ ਰਿਲੀਜ਼ ਕਰ ਰਹੀ ਹੈ ਉਹਨੂੰ ਜਿੰਦਾ ਰੱਖਦਾ ਤਾਂ ਤਾਂ ਮਾਤਰਾ ਵਧਦੀ ਲੇਕਿਨ ਉਹਨੂੰ ਡਾਇਗਨੋਸ ਕਿਵੇਂ ਕੀਤਾ ਜਾਂਦਾ ਹੈ ਇਨ ਦਾ ਮਾਡਰਨ ਸਾਇੰਸ ਕਿ ਜੀ ਵਾਈਟ ਬਲਡ ਸੈਲ ਵਧ ਰਹੇ ਇਹ ਘਟਾਉਣੇ ਆ ਸਮਝ ਲੱਗੀ ਕੀ ਵਧ ਰਿਹਾ ਕਹਿੰਦੇ ਇਹ ਘਟਾਉਣੇ ਆ ਇਹ ਵੱਧ ਕਿਉਂ ਰਹੇ ਆ ਹੁਣ ਵਾਈਟ ਬਲਡ ਸੈਲ ਉਹ ਸੈਨਾ ਹੈ ਜਿਹੜੀ ਤੁਹਾਡੀ ਸੁਰੱਖਿਆ ਲਈ ਬਾਡੀ ਰਿਲੀਜ਼ ਕਰ ਰਹੀ ਵਾਰ-ਵਾਰ ਕਰ ਰਹੀ ਉਹ ਕਹਿੰਦੇ ਸੈਨਾ ਜਿਹੜੀ ਆ ਰਹੀ ਇਹ ਮਾਰ ਦਿਓ वो आ क्यों रही है वजह नहीं खत्म करती लगी तो वाइट ब्लड सेल ज्यादा होने का मतलब कि साडे बॉडी के अंदर कुछ गलत होना शुरू हो गया है कोई पॉइजनली कोई जहर के रूप में साडी बॉडी शुरू हो गया है जिसके करके वाइट ब्लड सेल बॉडी रिलीज कर रही है तो सानू समझ आ सकता है अगर किते फ्लक्चुएट करते नॉर्मल भी आप रिपोर्ट कराने हैं तो ਉਹਦੇ ਚੈੱਕ ਕਰਦੇ ਠੀਕ ਹੈ ਤੇ ਜੇ ਸਾਨੂੰ ਵਾਧੇ ਹੋਏ ਮਿਲਣ ਤਾਂ ਸਾਡਾ ਅਸੀਂ ਉਹਦੇ ਪ੍ਰਤੀ ਥੋੜਾ ਸਤਰਕ ਹੋ प्लेटलेट्स लहू कण ये लहू कणा का काम लहू ਨੂੰ ਵਹਿਣ ਤੋਂ ਰੋਕਣਾ ਐਕਸਟਰਾ ਜਿਹੜੀ ਇਹਦੀ ਰਹਿੰਦਾ ਹੈ ਬਲੱਡ ਜਿਹੜਾ
ਉਹਨੂੰ ਰੋਕਦੇ ਔਰ ਇੱਕ ਕਲੌਟ ਬਣਾਉਂਦੇ ਨੇ। ਠੀਕ ਹੈ, ਨਾਰਮਲ ਆਪਣੇ ਸੱਟ ਲੱਗ ਜਾਂਦੀ ਹੈ ਤੇ ਕਲੌਟ ਬਣਾ ਕੇ ਅਗਰ ਕੋਈ ਵੇਨਸ ਕੱਟ ਜਾਂਦੀ ਹੈ ਤਾਂ ਲਹੂ ਵਹਿੰਦਾ ਹੈ ਤਾਂ ਇਹ ਤੁਰੰਤ ਖੁਦ ਜੰਮ ਕੇ ਉਹਨੂੰ ਰੋਕ ਦਿੰਦਾ। ਕੁਛ ਆਪਣੇ ਕੱਟ ਲੱਗ ਜਾਂਦਾ ਫਿਰ ਇਹ ਆ ਕੇ ਰੋਕਦੇ। ਸਮਝ ਲੱਗ ਰਹੀ ਹੈ ਕਿ ਕਿਹੜਾ ਕਿਹੜਾ ਤੰਤਰ ਕੰਮ ਕਰ ਰਿਹਾ ਹੈ। ਉਹ ਅੱਗੇ ਆਏਗਾ। ठीक है, हो गया सारा चैप्टर। इस जब मैं चैप्टर शुरू करता है तो आप सिलेबस तो पढ़ जाना। अगर कोई बेस कट जाती है तो लहू बहता है तो प्लेटलेट सैल बाकी क्लॉट बना देते। सौखा समझ लो, पानी बहन लग पाया तो आप बंन लगाते कि नहीं लगाते? शायद साढ़े घर तक ना सेम है, बंन लगाता है प्लेटलेट। हाँ, प्लेटलेट सैल नैचुरली गल है कि साडी बॉडी जो इन्हां दा काम है क्लॉट बनाना। तो क्लॉट ने जो उदों ही बनना है जो ब्लड ज़्यादा पतला होंदा है, ठीक है, जां अंदर कोई ना कोई मैम्ब्रेन लूज होंदी है, मोकस मैम्ब्रेन साडी लूज होंदी है, तो फिर ये अपना रिलीज करदा प्लेटलेट्स को फिर बॉडी ज़्यादा दिंदी है। तो ज़्यादा बारी इहनूं क्लॉट बनाना। लेकिन जे बहुत ज्यादा मात्रा दे विच कुछ डैमेज हो जाए फिर इन्हां दी वसो चीज बाहर हो जाती है। फिर आप देखते हैं प्लेटलेट से 14,000 रह गए, 20,000 रह गए। और बोन मैरो भी कम जो नहीं करती है कि बोन मैरो भी इस चीज़ों रिलीज करना बंद कर देती है तो उदों भी ये समस्या होती है। तो देखो कि जिहड़े बोन मैरो के पेशेंट ने उन्हां दा प्लेटलेट तुहानूं बहुत लो मिलेगा। प्लास्टिक एनीमिया दे विच भी इन्हां दा लैवल तुहानूं घट मिलेगा, एचपी दा लैवल घट। लहू संचार प्रणाली के काम, हिरदे के काम, लहू के प्रवाह ਨੂੰ ਚਲਾਈ ਰੱਖਣ ਲਈ ਹਿਰਦੇ ਦਾ ਕੰਮ ਸ਼ੁਰੂ ਹੁੰਦਾ ਹੈ। ਇਹ ਇੱਕ ਖੋਖਲੀ ਮਾਸਪੇਸ਼ੀ ਹੈ। ਇਹ ਬਲੱਡ ਮੈਂ ਹਾਰਟ ਬਾਰੇ ਦੱਸ ਰਿਹਾ, ਹਿਰਦੇ ਦਿਲ ਦੇ ਬਾਰੇ ਦੱਸ ਰਿਹਾ। ਇਹ ਖੋਖਲੀ ਮਾਸਪੇਸ਼ੀ ਹੈ ਜੋ ਹੱਥ ਦੀ ਦੇ ਬਰਾਬਰ ਹੈ। ਸਾਡਾ ਜਿਹੜਾ ਹਾਰਟ ਹੈ ਉਹ ਉਹਦੀ ਸ਼ੇਪ ਆ ਹੈ ਮੁੱਠੀ। ਨਾਰਮਲ ਹਾਰਟ ਕਿਵੇਂ ਬਣਦਾ ਹੈ? ਠੀਕ ਹੈ, ਉਹਨੂੰ ਪੱਤੇ ਦੀ ਤਰ੍ਹਾਂ ਬਣਾਇਆ ਜਾਂਦਾ। ठीक है, उस तरह का कोई शेप उस तरह नहीं है इसमें। और इधर जो वजन है ये 200 ग्राम। मुट्ठी का तो वजन कितना है? पर तुहानू आइडिया है कि सप्लाई कितनी है? जो एक बार ये पंप करता है, जो एक बार ये वाल्व पंप करते हैं ना 15 तो 20 सेकंड ਦੇ ਵਿੱਚ 72,000 मील की सप्लाई होती है। किन्ने मील दी जी? पूरी शिरावां दे विच, धमनियां दे विच, आर्टरीज दे विच वेव्स दी सप्लाई 15 तो 20 सेकंड। हां जी, रिपीट। ओके, ये जो एक बारी पंप करदा है, ये वाल्व जो पंप करदे ने इहनूं ਤਾਂ ਇਹ 15 ਤੋਂ 20 ਸੈਕਿੰਡ ਦੇ ਵਿੱਚ 72,000 मील ਦੀ ਕੀ ਦਿੰਦਾ ਸਪਲਾਈ। ਕਿੰਨੇ ਟਾਈਮ 'ਚ ਜੀ? 15 ਤੋਂ 20 ਸੈਕਿੰਡ। तो कितना इंपॉर्टेंट है, लाजवाब चीज रब ने तुम अंदर रखी नहीं है। कितना साइज कितना है, कितनी इंपॉर्टेंट जल्दी याद रखो। हां, दोबारा रखो रखो, डरते क्यों? रखो बहुत कई कंफर्म कर ले जलेंद्र हो सके तो सरकाएगा जिनका चल रहा है ना तो शाबाश शाबाश है, महान है। मैं 60-70 किलो का होके जंग हारी बैठा है, तू 200 ग्राम का होके एडा स्पीड संभाली बैठा है। शाबाश ही बनती थी नहीं बनती हेलो। हृदय एक मिनट 72 बार धड़कता है और अपने अंदर एक गैलन लहू का प्रवाह करता है 15 तो 20 सेकंड। ठीक है, और एक गैलन लहू का मतलब 10 लीटर तो ज्यादा सप्लाई यदि 72,000 की ਉਹਦੀ ਸਪੀਡ ਹੈ। मतलब यदि एक आर्टरीज ਨੂੰ अगर ਤੁਸੀਂ ਹੱਥ ਪਕੜ ਲਓ ਤਾਂ ਇਹਦੀ ਇੱਕ ਪੰਪਿੰਗ ਤੋਂ ਜਿਹੜਾ ਉਹਦਾ ਪ੍ਰੈਸ਼ਰ ਜਾਏਗਾ ਉਹ 100 ਫੁੱਟ ਤੇ ਜਾਏਗਾ। ਇਹਨਾਂ ਦਾ ਪ੍ਰੈਸ਼ਰ ਕਿੰਨੇ ਫੁੱਟ ਤੇ ਜਾਏਗਾ? 100 ਫੁੱਟ। ਇਸ ਤਰ੍ਹਾਂ ਦੀ ਪੰਪਿੰਗ ਦੀ ਸਪਾਨ ਤਾਂ ਹੀ ਸਭ ਤੋਂ ਨਾਲ। तो एक गंदले ਜਿਹੜਾ ਖੂਨ ਹੈ, ਅੱਛਾ ਅੱਗੇ ਦੇ ਫੰਕਸ਼ਨ ਦੇ ਕੰਮ ਸਿੰਪਲ ਸਮਝਾਉਂਗਾ ਕਿਉਂਕਿ ਹਾਰਟ ਨੂੰ ਲੈ ਕੇ
मेरी कोशिश होती है कि हर चीज को बड़ा सिंपल रखा जाए। टैक्नीकल क्लासेस ਦੇ ਵਿੱਚ ਤੇ हर चैप्टर ਦਾ ਤੁਹਾਨੂੰ ਟੈਕਨੀਕਲ ਮਿਲੇਗਾ, लेकिन ਅੱਜ ਫਿਲਹਾਲ ਤੁਸੀਂ ਨਿੱਜੀ ਲੈਵਲ ਤੇ ਹੋ, ਜਿੰਨਾ ਸਿੰਪਲ ਡਿਲੀਵਰ ਕਰਾਂਗੇ ਉਨਾ ਇੰਟਰਸਟ ਤੁਹਾਡਾ ਬਣੇਗਾ। ਜੇ ਤੁਹਾਨੂੰ ਅੱਜ ਹੀ ਟੈਕਨੀਕਲ ਲੈਂਗੁਏਜ ਅਸੀਂ ਲੈ ਗਏ ਤਾਂ ਬੋਰ ਹੋ ਜਾਓਗੇ। ਬ੍ਰੇਨ ਜਿਹੜੀ ਚੀਜ਼ ਨੂੰ ਬ੍ਰੇਨ ਸਮਝ ਜਾਂਦੀ ਤੁਸੀਂ ਬੋਰ ਹੋ ਜਾਂਦੇ। ਤਾਂ ਮੈਂ ਬੜੇ ਸਿੰਪਲ ਕਰਕੇ ਠਹਿਰਾਓ ਸਮਝਾਉਣ ਦੀ ਕੋਸ਼ਿਸ਼ ਕਰਾਂ। ਹੁਣ ਹਿਰਦੇ ਦੇ ਕੰਮ ਕੀ ਹੈ? ਇਹ ਦੋ ਹਿੱਸੇ 'ਚ ਵੰਡਿਆ ਹੋਇਆ ਹੈ, राइट एंड लेफ्ट आरिकल, ठीक है, राइट एंड लेफ्ट आरिकल, और दूसरा हिस्सा है राइट एंड लेफ्ट वेंट्रिकल। ये दो हिस्से आरिकल, इनको तुम पंजाबी च भी लिख सकते हो, एडा रारे दे सिया। देखो देखो पंजाबी च लिखो, जिन्होंने इंग्लिश लिखना वो मैं बताऊंगा। एडा रारे ते सियारी, पहला मैं मातृभाषा वाला, उसमें कक्के दे सियारी, लल्ला और ससा। भाषा तो मुझे गाली याद है कि मैं थाईलैंड गया, उत्थे मेरे ना कजन सी था, ਉਹਦੇ ਦੰਦਾਂ 'ਚ ਦਰਦ ਹੋਣ ਲੱਗ ਪਈ। ਕਹਿੰਦੇ ਯਾਰ ਆਪਾਂ ਪੇਨ ਕਿਲਰ ਲੈ ਲਈਏ, ਮੇਰਾ ਬੁਰਾ ਹਾਲ ਹੈ। ਚਲੋ ਕਿਤੇ ਅਸੀਂ ਹੋਟਲ ਤੋਂ ਬਾਹਰ ਨਿਕਲੇ, ਸਾਹਮਣੇ ਇੱਕ ਹਸਪੀਟਲ ਸੀ ਛੋਟਾ ਜਿਹਾ, एंटर करके जाके ਉਹਨੂੰ ਪੁੱਛਿਆ ਤੇ थाईलैंड सीधा सी, फिर अंग्रेज बन गए। अच्छा तो दोस्तियों ने जाके क्या दंदा दर्द है वो ਜਿਹੜੇ ਕੰਪਿਊਟਰ ਬੈਠੇ ਸਰਜਨ ਤੇ ਔਰ ਪਲੱਸ ਜਿਹੜੇ ਉਹਨਾਂ ਦੇ ਅਸਿਸਟੈਂਟ ਸੀ ਡਾਕਟਰ, ਉਹਨਾਂ ਨਾਲ ਅਸੀਂ ਗੱਲ ਕੀਤੀ। ਦੋਨਾਂ ਨੂੰ ਇੰਗਲਿਸ਼ ਪਤਾ ਨਹੀਂ। ਇਹ ਪਹਿਲੀ। ਦੂਸਰੀ ਫਿਰ ਉਹਨਾਂ ਨੇ ਆਪਣੇ ਅੰਦਰ ਜਿਹੜਾ ਮੇਲ ਡਾਕਟਰ ਸੀ, ਐਮਬੀਬੀਐਸ ਡਾਕਟਰ ਤਾਂ ਉਹਨੇ ਜਾ ਕੇ ਸਾਡੇ ਨਾਲ ਗੱਲ ਕੀਤੀ ਔਰ ਪ੍ਰੋਬਲਮ ਨੂੰ ਸਮਝਿਆ ਔਰ अन्य सारे एंटीबायोटिक। लेकिन उत्थों मैं जो चीज़ समझी और मैंने मैं तो लोगों को क्या तब पता लगा कि उत्थे जो मैडिकल पढ़ाया जाता है वो थाई लैंग्वेज पढ़ाया, तो वो आपकी भाषा के विच मैडिकल पढ़ के उत्ते आदमी लोगों की सेवा करता। तो मैं कहा साढ़े को जो इंग्लिश ना होती है पंजाबी करना तेरे तो कभी गिनती नहीं होनी, तो इंग्लिश नहीं होती। ये साढ़े सब तो बड़ी हार है। और उस तो बाद फिर मैं मिशन बनाया कि ਅਸੀਂ ਜਿਹੜੀ ਹੱਥ ਸਿਖਾਵਾਂਗੇ ਉਹ ਅਸੀਂ ਖੇਤਰੀ ਭਾਸ਼ਾ ਜੇ ਪੰਜਾਬ ਚ ਬੋਲਦੇ ਤਾਂ ਪੰਜਾਬੀ, ਗੁਜਰਾਤ ਚ ਬੋਲਦੇ ਗੁਜਰਾਤੀ। ਸਾਡਾ ਪਹਿਲਾ ਮਕਸਦ ਤਾਂ ਆਪਦੇ ਸਾਫ ਕਰਨ ਵਾਲਾ ਨਾ। ਜੇ ਗੋਰੇ ਨੂੰ ਸਾਡੀ ਸਰਵਿਸ ਅੱਛੀ ਲੱਗਦੀ ਹੈ, ਪੰਜਾਬੀ ਸਿੱਖ ਕੇ ਆਵੇ, ਅਸੀਂ ਕਿਉਂ ਨਹੀਂ ਬੋਲਦੇ ਆਵੇ। ਨੈਸ਼ਨਲ ਭਾਸ਼ਾ ਸਾਡੀ ਹਿੰਦੀ ਸਿੱਖ ਕੇ ਆਵੇ, ਸਾਨੂੰ ਨਹੀਂ ਲੋੜ ਪੁੱਠੇ ਸਿੱਧੇ ਹੋਣ, ਉਹ ਹੋਵੇ ਪੁੱਠਾ ਸਿੱਧਾ। ਗੱਲ ਸਮਝ ਆ ਗਈ? ਸਾਡੇ ਕੋਲ ਭੰਡਾਰ ਪਿਆ, ਮੈਂ ਮੱਤ ਇੰਗਲਿਸ਼ ਦੀ ਮਾਰੀ ਤੇ ਇਹ ਅੱਛਾ ਇਹਦੀ ਜਿੰਨੀ ਸਮਝ ਤੁਹਾਨੂੰ ਆਪਣੀ ਭਾਸ਼ਾ ਚ ਆਏਗੀ, ਮਾਤਰ ਭਾਸ਼ਾ ਚ ਆਏਗੀ, ਹੋਰ ਲੈਂਗੁਏਜ ਚ नहीं हो। ਇਸ ਕਰਕੇ ਮੈਂ ਬਹੁਤ ਸਿੰਪਲ ਕਰਕੇ ਸਮਝਾਉਣ ਦੀ ਮੇਰੀ ਕੋਸ਼ਿਸ਼ ਹੁੰਦੀ ਹੈ। तो ਇਹਨੂੰ ਦੇਖੋ ਲਿਖਣਾ ਪੰਜਾਬੀ ਠੀਕ ਹੈ ਵੈਸੇ। और दूसरा पहला है राइट एंड लेफ्ट आरिकल्स, दूसरा है राइट एंड लेफ्ट वेंट्रिकल। इसलिए हाथ खड़ा किया। और ये दो भाग ਜਦੋਂ ਅਸੀਂ ਪੈਦਾ ਹੁੰਨੇ ਆ ਉਦੋਂ ਜੁੜੇ ਹੁੰਦੇ, ਇਹ ਵੀ ਲਿਖ ਲਓ। ਆਰਿਕਲਸ ਤੇ ਵੈਂਟ੍ਰਿਕਲ ਜਦੋਂ ਅਸੀਂ ਪੈਦਾ ਹੁੰਨੇ ਆ ਇਹ ਆਪਸ ਵਿੱਚ ਜੁੜੇ ਹੁੰਦੇ, ਜਨਮ ਲੈਂਦੇ ਸਾਰੀ ਚ ਇੱਕ ਦੀਵਾਰ ਬਣ ਜਾਂਦੀ ਹੈ। ਇਹ ਦੋ ਹਿੱਸੇ ਚ ਵੰਡੇ। हार्ट काम किवें करदा है, मैं वो डिलीवर कर रहा था। और सब तो पहला जो हिस्सा काम करता है तो वो दूषित ब्लड वाला हिस्सा काम करता है साडे हार्ट, क्योंकि कार्बन डाइऑक्साइड वाला ब्लड जो होता है वो हार्ट के राइट मतलब जो राइट आरिकल्स ते वेंट्रिकल्स के हिस्से दूषित ब्लड होता है, जिस कार्बन डाइऑक्साइड की मात्रा होती है, क्योंकि वो सैल चो आया। गल समझ आ गई? क्योंकि सैल चो कार्बन कट के ब्लड ने ही फेफड़े ਨੂੰ ਦੇਣਾ ਹੈ ਤੇ ਉਸ ਤੋਂ ਬਾਅਦ ਸਾਡੇ ਆਕਸੀਜਨ ਨੇ, ਸ਼ੁੱਧ ਆਕਸੀਜਨ ਨੇ ਉਹਨੂੰ ਚੰਗੇ ਬਲੱਡ ਚ ਕਨਵਰਟ ਕਰਨਾ। ਇਹ ਇਸ ਤਰ੍ਹਾਂ ਅਸਰ ਕਰਦਾ ਹੈ, ਠੀਕ ਹੈ। ਤੇ ਬਲੱਡ ਹਾਰਟ ਦੇ ਦੋ ਹਿੱਸੇ, ਰਾਈਟ ਹਿੱਸਾ ਜਿਹੜਾ ਹੈਗਾ ਆਰਿਕਲਸ ਤੇ ਵੈਂਟ੍ਰਿਕਲ, ਇਹ ਦੂਸ਼ਿਤ ਬਲੱਡ ਨੂੰ ਇਕੱਠਾ ਕਰਦਾ ਹੈ। ਉਸ ਤੋਂ ਬਾਅਦ ਫਿਰ ਫੇਫੜਿਆਂ ਨੂੰ ਦਿੰਦਾ ਔਰ ਫੇਫੜੇ ਆਕਸੀਜਨ ਇਕੱਠੀ ਕਰ ਰਹੇ ਹੁੰਦੇ ਨੇ, ऑक्सीजन ते गंदा ब्लड इकट्ठे होते हैं, उस तो बाद उन्हें साफ करके फिर ये लेफ्ट आरिकल्स ते वेंट्रिकल्स जाते हैं। और वो लेफ्ट
ਆਰੀਕੋਸ ਤੇ ਵੈਂਟਰੀਕਲ ਜਿਹੜਾ ਖੱਬਾ ਪਾਸਾ ਹੈਗਾ ਉਹ ਫਿਰ ਉਹਨੂੰ ਸਪਲਾਈ ਹੁੰਦਾ ਸੈਲ ਤੱਕ ਵਾਪਸ ਤੇ ਉਹ ਫਿਰ ਗੰਦਾ ਹੋ ਗਿਆ ਹੁੰਦਾ ਰਾਈਟ ਆ ਜਾਂਦਾ ਰਾਈਟ ਫਿਰ ਲੈ ਕੇ ਜਾਂਦਾ ਉਹਨੂੰ फेफड़ा सबको समझ आया थोड़ा बहुत ठीक है समझ आया समझा नहीं आप दोनों आंख ऊपर लगता ये राइट साइड है हार्ट ये केड़ी है जी अपना राइट देखो मेरा राइट पर देखो मेरा राइट तो लेफ्ट है ये राइट साइड है ये अर्थ दूषित ब्लड आएगा हार्ट का ਜਿਹੜਾ ਸੱਜਾ ਪਾਸਾ ਹੈ ਦੂਸ਼ਿਤ ਬਲੱਡ ਨੂੰ ਲੈਂਦਾ ਕਿਹੜੇ ਬਲੱਡ ਨੂੰ ਲੈਂਦਾ ਦੂਸ਼ਿਤ ਦਾ ਮਤਲਬ ਜਿਹਨੇ ਸੈੱਲ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਕੱਢ ਕੇ ਲੈ ਜਾਂਦੀ ਹੈ ਹੁਣ ਉਹਨੂੰ ਬਾਹਰ ਕੱਢਣਾ ਤੇ ਇਹ ਰਾਈਟ ਆਰੀਕਲਸ ਤੇ ਵੈਂਟਰੀਕਲਸ ਸਪਲਾਈ ਦਿੰਦਾ ਫਿਰ ਅੱਗੇ ਬਲੱਡ ਨੂੰ ਲੈ ਜਾਂਦਾ ਫੇਫੜਿਆਂ ਦੇ ਕੋਲ ਕਿਹਦੇ ਕੋਲ ਲੈ ਜਾਂਦਾ ਹੈ ਅਥਰੂ ਵਿੱਚ ਹਿਲਾਓ ਸਮਝ ਆਏਗਾ ਕਿਹਦੇ ਕੋਲ ਲੈ ਜਾਂਦਾ ਹੈ ਫੇਫੜਿਆਂ ਦੇ ਕੋਲ ਚਲਾ ਗਿਆ ਹੁਣ ਫੇਫੜਿਆਂ ਦੇ ਕੋਲ ਕੀ ਹੈ ਆਕਸੀਜਨ ਫੇਫੜਿਆਂ ਕੋਲ ਕੀ ਹੈ ਆਕਸੀਜਨ ਉਹਦੇ ਕੋਲ ਹੈ ਗੰਦਾ ਬਲੱਡ ਇਧਰੋਂ ਚਲਾ ਗਿਆ ਉਧਰੋਂ ਆਕਸੀਜਨ ਆ ਗਈ ਉਹਨਾਂ ਨੂੰ ਆਕਸੀਜਨ ਦਿੱਤੀ ਸ਼ੁੱਧ ਆਕਸੀਜਨ ਨੇ ਉਹਨੂੰ ਸ਼ੁੱਧ ਬਲੱਡ ਚ ਕਨਵਰਟ ਕੀਤਾ ਉਸ ਤੋਂ ਬਾਅਦ ਉਹ ਚਲਾ ਗਿਆ ਲੈਫਟ ਆਰੀਕਲਸ ਤੇ ਵੈਂਟਰੀਕਲਸ ਕਿਸ ਕੋਲ ਆ ਗਿਆ ਲੈਫਟ ਕੋਲ ਹੁਣ ਜਿਹੜਾ ਲੈਫਟ ਹੈ ਇਹ ਫਿਰ ਸਪਲਾਈ ਕਿਹਨੂੰ ਦੇਗਾ ਸੈੱਲ ਨੂੰ ਕਿਹਨੂੰ ਦੇਗਾ ਸੈੱਲ ਨੂੰ ਤੇ ਫਿਰ ਸੈੱਲ ਚੋਂ ਕਾਰਬਨ ਕੱਢੇਗਾ ਇਹ ਦੂਸ਼ਿਤ ਹੋ ਗਿਆ ਦੂਸ਼ਿਤ ਹੋ ਕੇ ਫਿਰ ਕਿਹਦੇ ਕੋਲ ਆਏਗਾ ਰਾਈਟ ਕੋਲ ਇਹ ਕਿਹਨੂੰ ਦੇਗਾ ਫੇਫੜਿਆਂ ਨੂੰ और फेफड़े तो साफ होके फिर किधर को लाएगा किधर को लाएगा लेफ्ट को लेफ्ट फिर किधर को जाएगा सेल को एक ही हो गया ਹੁਣ ਜਦੋਂ ਸੈੱਲ ਕੋਲ ਚਲਾ ਜਾਂਦਾ ਹੈ ਬਲੱਡ ਸਾਫ ਬਲੱਡ ਫਿਰ ਕੀ ਹੁੰਦਾ ਹੈ ਦੂਸ਼ਿਤ ਕਿਉਂਕਿ ਸੈੱਲ ਤੋਂ ਤਾਂ ਕਾਰਬਨ ਕੱਢਿਆ ਉਹਨੂੰ ਕੀ ਹੋ ਗਿਆ ਫਿਰ ਕਿਹਦੇ ਕੋਲ ਆ ਗਿਆ ਫਿਰ ਰਾਈਟ ਦਿਲ ਦੇ ਸੱਚੇ ਹਿੱਸੇ ਕੋਲ ਆ ਠੀਕ ਆ ਆਰੀਕਲ ਤੇ ਬੈਠ ਫਿਰ ਉਹਨੇ ਉਹਨੂੰ ਕਿਹਨੂੰ ਦਿੱਤਾ ਫੇਫੜਿਆਂ ਨੇ ਇਹਨੂੰ ਕੀ ਕੀਤਾ ਤੇ ਹੁਣ ਕਿਹਦੇ ਕੋਲ ਚਲਾ ਗਿਆ ਲੈਫਟ ਕਿੱਥੇ ਲੈ ਗਿਆ ਸੈਲ ਕੋਲ ਜਾ ਕੇ ਫਿਰ ਕੀ ਹੋ ਗਿਆ ਦੂਸ਼ਿਤ ਫਿਰ ਕਿਹਦੇ ਕੋਲ ਚਲਾ ਗਿਆ ਹਾਂ ਰਾਈਟ ਕਿਹਦੇ ਕੋਲ ਗਿਆ ਇੰਨਾ ਕੰਮ ਇਹ 15 ਸੈਕਿੰਡ ਚ ਕਰਦਾ ਹੈ ਜਿਹੜੀ ਚੀਜ਼ ਮੈਨੂੰ 15 ਮਿੰਟ ਮੈਂ ਸਮਝਾਉਂਦਾ ਗੱਲ ਸਮਝ ਆਈ ਠੀਕ ਹੈ ਜੀ ਤਾਂ ਸ਼ਾਬਾਸ਼ ਬਣਦੀ ਕਿ ਨਹੀਂ ਬਣਦੀ नेक्स्ट लंग फेफड़े लंग्स ਨੂੰ ਲੈ ਕੇ ਆਲਰੇਡੀ ਆਪਾਂ ਦੱਸ ਹੀ ਚੁੱਕੇ ਹਾਂ ਹਵਾ ਲਈ ਆਕਸੀਜਨ ਜਿਹੜੀ ਐਕਸਰਸਾਈਜ਼ ਆਪਾਂ ਕੀਤੀ ਹੈ ਉਹ ਚ ਆਪਾਂ ਡਿਫਾਈਨ ਕਰ ਚੁੱਕੇ ਹਾਂ ਆਪਣੇ ਕੋਲ 30 ਮਿੰਟ ਹੋ ਰਹੇ 30 ਮਿੰਟ ਬਾਅਦ ਆਪਾਂ ਅੱਜ ਦਾ ਸੈਸ਼ਨ ਫਿਨਿਸ਼ ਕਰਾਂਗੇ ਲੰਗਸ ਦੇ ਵਿੱਚ ਕੀ ਐਕਚੁਅਲ ਦੇ ਵਿੱਚ ਕੀ ਹੈ ਕਿ ਆਪਾਂ ਜਦੋਂ ਨਾਰਮਲ ਸਾਹ ਲੈਂਦੇ ਤਾਂ ਉੱਪਰਲੇ ਪੱਖੇ ਕੰਮ ਕਰਦੇ ਆਹ ਵਾਲੇ ਪੱਖੇ ਜਸਟ ਉੱਪਰ ਆ ਨਜ਼ਰ ਆ ਰਹੇ ਉੱਪਰਲੇ ਪੱਖੇ ਕੰਮ ਕਰਦੇ ਅਸੀਂ ਕੰਪਲੀਟ ਫੇਫੜੇ ਯੂਜ਼ ਨਹੀਂ ਕਰਦੇ ਨਾਰਮਲ ਅਸੀਂ ਆਪਾਂ ਬੈਠੇ ਸਵੇਰ ਦਾ ਕਿਸੇ ਦਾ ਵੀ ਸਾਹ ਲੈਣ ਤੇ ਜ਼ੋਰ ਲੱਗਿਆ वो एक काम ऑटोमेटिकली हो रहा है बॉडी के अंदर और एक इस प्रोसेस के अंदर ਤੁਹਾਡੀ ਬॉडी एवरेज 18 ਤੋਂ 20 ਵਾਰੀ ਸਾਹ ਲੈ ਰਹੀ ਹੈ 1 ਮਿੰਟ 18 ਤੋਂ 20 ਵਾਰੀ ਸਾਹ ਲੈ ਰਹੀ ਕਿੰਨੇ ਮਿੰਟ 'ਚ 1 ਮਿੰਟ ਛੋਟਾ ਸਾਹ ਚੱਲ ਰਿਹਾ ਹੈ ਔਰ ਜਦੋਂ ਅਸੀਂ ਵੱਡਾ ਸਾਹ ਲੈਂਦੇ ਆ ਜਦੋਂ ਆਪਾਂ ਐਕਸਰਸਾਈਜ਼ ਦੇ ਰੂਪ ਕੀਤਾ ਉਦੋਂ ਫਿਰ ਪੂਰੇ ਪੱਖੇ ਕੰਮ ਕਰਦੇ ਆ ਔਰ ਜਿਹੜਾ ਆਪਾਂ ਹੁਣੇ ਗੱਲ ਕੀਤੀ ਹੈ ਰਾਈਟ ਆਰੀਕਲਸ ਤੇ ਵੈਂਟਰੀਕਲਸ ਤੋਂ ਬਲੱਡ ਕਿੱਥੇ ਜਾਂਦਾ ਹੈ ਫੇਫੜਿਆਂ ਦੇ ਕੋਲ ਫੇਫੜਿਆਂ ਦੇ ਕੋਲ ਕੀ ਪਿਆ ਹੋਇਆ ਆਕਸੀਜਨ ਫਿਰ ਇਹਨਾਂ ਕੋਲ ਹੁਣ ਤੁਹਾਡੇ ਦੁਆਰਾ ਐਕਸਰਸਾਈਜ਼ ਕੀਤੀ ਗਈ ਐਕਸਰਸਾਈਜ਼ ਸਭ ਤੋਂ ਪਹਿਲਾਂ ਜਾਨ ਕਿਹਦੇ ਚ ਪਾਏਗੀ ਬਲੱਡ ਓਕੇ ਜ਼ਿਆਦਾ ਆਕਸੀਜਨ ਅੱਛੀ ਆਕਸੀਜਨ ਨਾਲ ਇਹਨੇ ਉਹਨੂੰ ਸਾਫ਼ ਕਰਨਾ ਹੈ ਨਾ ਦੂਸ਼ਿਤ ਬਲੱਡ ਸਮਝ ਆ ਰਿਹਾ ਪੂਰਾ ਸਰਕਲ ਠੀਕ ਹੈ ਇਸੇ ਨੂੰ ਕੋਸ਼ਿਸ਼ ਕਰੋ ਵਾਰ-ਵਾਰ ਸੁਣੋਗੇ ਸਮਝੋਗੇ ਦਿਮਾਗ ਚੱਲੇਗਾ ਠੀਕ ਹੈ ਤਾਂ ਉਹ ਜ਼ਿਆਦਾ ਅੱਛੇ ਲੈਵਲ ਤੇ ਲਈ ਗਈ ਅਮਾਉਂਟ ਹਵਾ ਦੀ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਲੱਡ ਨੂੰ ਸਾਫ਼ ਸੁਥਰਾ करेगी ज्यादा बढ़िया तरीके से साफ सुथरा करेगी ब्लड जितना साफ होगा बढ़िया क्लियर और अच्छा पीएच बढ़ा के जाएगा सेल तक ओदी उतना ही ज्यादा कार्बन काट के बाहर ठीक है तो लंग्स का बहुत बड़ा रोल है कि गंदगी को बाहर करना नेक्स्ट एक्सक्रीटरी सिस्टम जो गंदगी बाहर कटने वाले अंग ने साडे ये बहुत